ਇਹ ਵੀਡੀਓ ਬਿਆਨ ਕਰਦੀ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕੰਟਰੋਲ ਤੋਂ ਬਾਅਦ ਲੋਕਾਂ ਵਿੱਚ ਕਿਵੇਂ ਡਰ ਦਾ ਮਾਹੌਲ ਹੈ ਤੇ ਲੋਕ ਕਿਵੇਂ ਵੀ ਕਰਕੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਬਸ ਅਫਗਾਨਿਸਤਾਨ ਨੂੰ ਛੱਡ ਕੇ ਕਿਸੇ ਸੇਫ ਕੰਟਰੀ ਵਿੱਚ ਰਿਫਿਊਜ ਲੈਣਾ ਚਾਹੁੰਦੇ ਨੇ। ਲੋਕਾਂ ਵਿੱਚ ਡਰ ਇੰਨਾ ਜ਼ਿਆਦਾ ਹੈ ਕਿ ਲੋਕ 에ਅਰਪਲੇਨ ਦੇ ਬਾਹਰ ਲਮਕ ਕੇ ਵੀ ਜਾ ਰਹੇ ਨੇ ਤੇ ਅਸੀਂ ਇਸੇ 에ਅਰਪਲੇਨ ਤੋਂ ਬਾਹਰ ਕਈਆਂ ਲੋਕਾਂ ਨੂੰ ਡਿੱਗ ਕੇ ਆਪਣੀ ਜਾਨ ਗਵਾਉਂਦੇ ਵੀ ਦੇਖਿਆ। ਇਹ ਸਾਰੇ ਹਾਲਾਤ ਦੇਖ ਕੇ ਜਿੱਥੇ ਸਾਡੇ ਸਾਰਿਆਂ ਦਾ ਦਿਲ ਇੱਕ ਸਾਈਡ ਡਰ ਜਾਂਦਾ ਹੈ ਤੇ ਉੱਥੇ ਸਾਨੂੰ ਆਪਣੇ ਦੇਸ਼ 'ਤੇ ਫਖਰ ਵੀ ਹੁੰਦਾ ਹੈ ਕਿ ਅਸੀਂ ਕਿੰਨੀ ਸੇਫ ਕੰਟਰੀ 'ਚ ਰਹਿੰਦੇ ਹਾਂ ਜਿੱਥੇ ਆਹ ਸਭ ਚੀਜ਼ਾਂ ਪੋਸੀਬਲ ਨਹੀਂ ਨੇ। ਮੇਰਾ ਨਾਮ ਵਿਕਰਮਜੀਤ ਸਿੰਘ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕਿ ਤਾਲਿਬਾਨ ਦੀ ਹਿਸਟਰੀ ਕੀ ਹੈ ਤੇ ਇੱਕ ਵਾਰ ਫਿਰ ਤੋਂ ਤਾਲਿਬਾਨ ਕਿਵੇਂ ਅਫਗਾਨਿਸਤਾਨ ਤੇ ਰੂਲ ਕਰਨ ਜਾ ਰਿਹਾ ਹੈ। ਇਸ ਦੇ ਨਾਲ ਅਸੀਂ ਦੇਖਾਂਗੇ ਕਿ ਤਾਲਿਬਾਨ ਦੇ ਰੂਲ ਦੇ ਨਾਲ ਵਰਲਡ ਦੀ ਡੈਮੋਕ੍ਰੇਸੀਜ਼ ਨੂੰ ਕਿਹੜੇ-ਕਿਹੜੇ ਚੈਲੰਜਸ ਫੇਸ ਕਰਨੇ ਪੈ ਸਕਦੇ ਨੇ ਤੇ ਨਾਲ ਦੇ ਨਾਲ ਦੇਖਾਂਗੇ ਕਿ ਇੰਡੀਆ ਦੇ ਇਹਦੇ ਕੀ ਇੰਪਲੀਕੇਸ਼ਨਸ ਹੋਣਗੇ ਐਂਡ ਲਾਸਟ 'ਚ ਅਸੀਂ ਦੇਖਾਂਗੇ ਪੰਜਾਬ ਦੇ ਯੂਥ ਤੇ ਕੀ ਅਸਰ ਹੋ ਰਿਹਾ ਹੈ ਤਾਲਿਬਾਨ ਦੀ ਇਸ ਜਿੱਤ ਦਾ। ਸੋ ਇਹ ਸਾਰੇ ਕੁਐਸਚਨਾਂ ਦੇ ਜਵਾਬ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਦੇਖਾਂਗੇ। ਅਫਗਾਨਿਸਤਾਨ ਨੂੰ ਐਮਪਾਇਰਸ ਦਾ ਗ੍ਰੇਵਯਾਰਡ ਮਤਲਬ ਕਬਰਗਾਹ ਵੀ ਕਿਹਾ ਜਾਂਦਾ ਹੈ ਕਿਉਂਕਿ ਹਿਸਟਰੀ ਦੇ ਵਿੱਚ ਪਤਾ ਨਹੀਂ ਕਿੰਨੇ ਐਮਪਾਇਰਸ ਇੱਥੇ ਆਏ, ਉਹਨਾਂ ਨੇ ਰੂਲ ਕਰਨਾ ਚਾਹਿਆ ਪਰ ਉਹ ਕੋਈ ਵੀ ਐਮਪਾਇਰ ਜ਼ਿਆਦਾ ਲੰਬੇ ਟਾਈਮ ਤੱਕ ਇੱਥੇ ਰੂਲ ਨਹੀਂ ਕਰ ਪਾਇਆ। ਚਾਹੇ ਉਹ ਅਲੈਗਜ਼ੈਂਡਰ ਦਾ ਗ੍ਰੇਟ ਹੋਵੇ, ਚਾਹੇ ਉਹ ਟਰਕਸ ਹੋਣ, ਗ੍ਰੀਕ ਹੋਣ, ਚਾਹੇ ਉਹ ਮੁਗਲਸ ਹੋਣ, ਚਾਹੇ ਉਹ ਉਜ਼ਬੇਕਸ ਹੋਣ, ਇਹ ਸਾਰੇ ਜਿਹੜੇ ਐਮਪਾਇਰ ਸੀ ਅਫਗਾਨਿਸਤਾਨ ਦੇ ਵਿੱਚ ਰੂਲ ਕਰਨ ਆਏ। ਪਰ ਅਫਗਾਨਿਸਤਾਨ ਦਾ ਇਤਿਹਾਸ ਇਹ ਕਹਿੰਦਾ ਹੈ ਕਿ ਇਸ ਧਰਤੀ ਤੇ ਕੋਈ ਵੀ ਜ਼ਿਆਦਾ ਟਾਈਮ ਤੱਕ ਰੂਲ ਨਹੀਂ ਕਰ ਪਾਉਂਦਾ। ਹੁਣ ਅਗਰ ਅਸੀਂ ਫਾਸਟ ਫਾਰਵਰਡ ਕਰਕੇ ਮਾਡਰਨ ਹਿਸਟਰੀ ਦੇ ਵਿੱਚ ਆਈਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਵਰਲਡ ਵਾਰ 2 ਤੋਂ ਬਾਅਦ ਦੋ ਹੀ ਕੰਟਰੀਆਂ ਪੂਰੀ ਦੁਨੀਆ ਦੇ ਵਿੱਚ ਸੁਪਰ ਪਾਵਰ ਬਣ ਕੇ ਉੱਭਰੀਆਂ। ਇੱਕ ਸੀ USA ਐਂਡ ਦੂਸਰੀ ਸੀ USSR ਐਂਡ ਅਸੀਂ ਦੇਖ ਸਕਦੇ ਹਾਂ ਕਿ USA ਐਂਡ USSR ਦੋਨਾਂ ਦੀਆਂ ਹੀ ਆਈਡੀਓਲੋਜੀਜ਼ ਜੋ ਬੇਸਿਕ ਸੀ ਕੰਟਰੀਜ਼ ਦਾ ਉਹੀ ਡਿਫਰੈਂਟ ਸੀ। ਜਿਵੇਂ ਕਿ USA ਡੈਮੋਕ੍ਰੈਟਿਕ ਐਂਡ ਕੈਪੀਟਲਿਸਟਿਕ ਆਈਡੀਓਲੋਜੀ ਨੂੰ ਪ੍ਰਮੋਟ ਕਰਦਾ ਸੀ, ਦੂਸਰੀ ਸਾਈਡ USSR ਕਮਿਊਨਿਸਟ ਐਂਡ ਸੋਸ਼ਲਿਸਟ ਆਈਡੀਓਲੋਜੀ ਨੂੰ ਪ੍ਰਮੋਟ ਕਰਨਾ ਚਾਹੁੰਦਾ ਸੀ। ਇਹ ਤੇ ਗੱਲ ਹੋ ਗਈ ਆਈਡੀਓਲੋਜੀਜ਼ ਦੀ। ਹੁਣ ਅਸੀਂ ਗੱਲ ਕਰਦੇ ਹਾਂ ਜੀਓਗ੍ਰਾਫੀ ਦੀ। ਅਗਰ ਅਸੀਂ USSR ਦਾ ਮੈਪ ਦੇਖੀਏ ਤਾਂ ਅਸੀਂ ਇੱਕ ਗੱਲ ਤਾਂ ਕਲੀਅਰ ਦੇਖ ਸਕਦੇ ਹਾਂ ਕਿ USSR ਨੂੰ ਅਰੇਬੀਅਨ ਸੀ ਤੱਕ ਪਹੁੰਚਣ ਲਈ ਕਾਫੀ ਘੁੰਮ ਕੇ ਆਉਣਾ ਪੈਂਦਾ ਸੀ। ਬਟ ਅਗਰ USSR ਸੈਂਟਰਲ ਏਸ਼ੀਅਨ ਕੰਟਰੀਜ਼ ਨੂੰ ਕੰਟਰੋਲ ਕਰ ਪਾਉਂਦਾ ਜਾਂ ਆਪਣੀ ਟੈਰੀਟਰੀ ਐਕਸਪੈਂਡ ਕਰ ਪਾਉਂਦਾ ਤਾਂ ਉਹਦੀ ਇਹ ਪ੍ਰੋਬਲਮ ਵੀ ਸੋਲਵ ਹੋ ਸਕਦੀ ਸੀ। ਤੇ ਇਹ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਸਭ ਤੋਂ ਪਹਿਲੀ ਜਿਹੜੀ ਕੰਟਰੀ ਇਨਵੇਡ ਕਰਨੀ ਪੈਣੀ ਸੀ ਉਹ ਸੀ ਅਫਗਾਨਿਸਤਾਨ। ਐਜ਼ ਅ ਰਿਜ਼ਲਟ ਇਹ ਦੋ ਡਿਫਰੈਂਟ ਆਈਡੀਓਲੋਜੀਜ਼ ਜੋ USA ਦੀ ਤੇ USSR ਦੀ ਸੀ, ਇਹਨਾਂ ਦਾ ਜਿਹੜਾ ਬੈਟਲ ਗਰਾਊਂਡ ਬਣਿਆ ਉਹ ਸੀ ਅਫਗਾਨਿਸਤਾਨ। ਸੋ ਆਪਣੀਆਂ ਇਹਨਾਂ ਹੀ ਐਂਬੀਸ਼ਨਸ ਨੂੰ ਪੂਰਾ ਕਰਨ ਲਈ USSR ਨੇ ਅਫਗਾਨਿਸਤਾਨ ਨੂੰ ਇਨਵੇਡ ਕਰ ਦਿੱਤਾ। ਐਜ਼ ਅ ਰਿਜ਼ਲਟ USA ਨੇ ਵਿਦ ਦਾ ਹੈਲਪ ਆਫ ਪਾਕਿਸਤਾਨ ਮੁਜਾਹਿਦੀਨਸ ਨੂੰ ਟ੍ਰੇਨ ਕਰਨਾ ਸਟਾਰਟ ਕੀਤਾ ਤੇ ਉਹਨਾਂ ਨੂੰ ਆਪਣੇ ਵੈਪਨਸ ਪ੍ਰੋਵਾਈਡ ਕਰਨੇ ਸਟਾਰਟ ਕਰ ਦਿੱਤੇ ਤਾਂ ਜੋ ਇਹ ਮੁਜਾਹਿਦੀਨ USSR ਦੇ ਨਾਲ ਫਾਈਟ ਕਰਨ ਤੇ ਗੋਰੀਲਾ ਵਾਰਫੇਅਰ ਕਰਨ। ਫਾਈਨਲੀ USSR 1988 ਦੇ ਵਿੱਚ ਇਹ ਵਾਰ ਹਾਰ ਗਿਆ ਤੇ ਇਸ ਤੋਂ ਬਾਅਦ ਹੋਇਆ ਜਨੇਵਾ ਅਕੋਰਡ। ਵਾਰ ਤੋਂ ਬਾਅਦ ਮੁਜਾਹਿਦੀਨ ਵੀ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਤੇ ਜਿਹੜੀ ਆਪਣੀਆਂ ਰੈਗੂਲਰ ਜੌਬ ਸੀ ਉਹ ਕਰਨੀਆਂ ਸਟਾਰਟ ਕਰ ਦਿੱਤੀਆਂ। ਬਟ ਕੁਝ ਜਿਹੜੇ ਗਰੁੱਪ ਸੀ ਉਹਨਾਂ ਨੇ ਆਪਣੇ ਨੂੰ ਰੀਗਰੁੱਪ ਕੀਤਾ ਤੇ ਇੱਕ ਆਰਗੇਨਾਈਜੇਸ਼ਨ ਕ੍ਰੀਏਟ ਕੀਤੀ ਜਿਸ ਦਾ ਨਾਮ ਉਹਨਾਂ ਨੇ ਰੱਖਿਆ ਤਾਲਿਬਾਨ। ਤਾਲਿਬਾਨ ਇੱਕ ਗਰੁੱਪ ਬਣਾਉਂਦਾ, ਇੱਕ ਆਰਗੇਨਾਈਜੇਸ਼ਨ ਬਣਾਉਂਦਾ ਸਿਰਫ ਇੱਕ ਹੀ ਮਕਸਦ ਸੀ ਕਿ ਅਫਗਾਨਿਸਤਾਨ ਦੀ ਪੋਲੀਟੀਕਲ ਪਾਵਰ ਨੂੰ ਕਿੱਦਾਂ ਗ੍ਰੈਬ ਕੀਤਾ ਜਾਵੇ ਤੇ ਨਾਲ ਦੇ ਨਾਲ ਇਸ ਕੰਟਰੀ ਦੇ ਵਿੱਚ ਕਿਵੇਂ ਸ਼ਰੀਆ ਕਾਨੂੰਨ ਇੰਪੋਜ਼ ਕੀਤਾ ਜਾਵੇ। ਇੱਕ ਸਾਈਡ ਜਿੱਥੇ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਰੂਲ ਕਰਨਾ ਚਾਹੁੰਦਾ ਸੀ, ਦੂਸਰੀ ਸਾਈਡ ਅਫਗਾਨਿਸਤਾਨ ਦੇ ਉਸ ਟਾਈਮ ਦੇ ਪ੍ਰੈਜ਼ੀਡੈਂਟ ਮੁਹੰਮਦ ਨਜ਼ੀਬੁੱਲਾ ਨੂੰ ਵੀ USSR ਦੀ ਸਪੋਰਟ ਮਿਲ ਰਹੀ ਸੀ ਕਿਉਂਕਿ ਨਜ਼ੀਬੁੱਲਾ ਜੋ ਹੈਗੇ ਸੀ ਉਹ ਕਮਿਊਨਿਸਟ ਆਈਡੀਓਲੋਜੀ ਨੂੰ ਸਪੋਰਟ ਕਰਦੇ ਸੀ। ਪਰ ਕਿਤੇ ਨਾ ਕਿਤੇ ਨਜ਼ੀਬੁੱਲਾ ਨੂੰ ਇਹ ਪਤਾ ਸੀ ਕਿ ਉਹਦੀ ਜਿਹੜੀ ਪਾਵਰ ਆ, ਉਹਦਾ ਜਿਹੜਾ ਸੱਤਾ ਵਾ ਉਹ ਜ਼ਿਆਦਾ ਟਾਈਮ ਤੱਕ ਹੁਣ ਟੇਕ ਨਹੀਂ ਸਕਦਾ ਕਿਉਂਕਿ ਤਾਲਿਬਾਨ ਦਿਨ ਬਾ ਦਿਨ ਸਟਰੋਂਗ ਹੁੰਦਾ ਜਾ ਰਿਹਾ ਸੀ। ਸੋ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨਜ਼ੀਬੁੱਲਾ ਨੇ ਕੰਟਰੀ ਦੇ ਵਿੱਚ ਰੀਫਾਰਮ ਕਰਨ ਦੀ ਸੋਚੀ ਐਂਡ ਤਾਲਿਬਾਨ ਨੂੰ ਮਲਟੀ ਪਾਰਟੀ ਸਿਸਟਮ ਦਾ ਆਫਰ ਵੀ ਕੀਤਾ। ਬਟ ਤਾਲਿਬਾਨ ਨੂੰ ਪਤਾ ਸੀ ਕਿ ਉਹ ਖੁਦ ਹੀ ਰੂਲ ਕਰ ਸਕਦੇ ਨੇ ਤੇ ਉਹਨਾਂ ਨੂੰ ਮਲਟੀ ਪਾਰਟੀ ਸਿਸਟਮ ਦੀ ਲੋੜ ਨਹੀਂਗੀ, ਇਸ ਲਈ ਉਹਨਾਂ ਨੇ ਇਹ ਆਫਰ ਠੁਕਰਾ ਦਿੱਤਾ। ਦੂਸਰੀ ਸਾਈਡ USSR ਦੇ ਲੀਡਰ ਮਿਖੇਲ ਗੋਰਬਾਚੇਵ ਨੇ ਵੀ ਆਪਣੇ ਕੰਟਰੀ ਦੇ ਵਿੱਚ ਰੀਫਾਰਮ ਕਰਨ ਦੀ ਸੋਚੀ ਪਰ ਉਹਨਾਂ ਦੇ ਇਸ ਡਿਸੀਜਨ ਦੇ ਕਰਕੇ ਦੇਸ਼ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਵਿੱਚ ਰੈਫਰੈਂਡਮ ਹੋਏ ਤੇ ਦੇਸ਼ ਜਿਹੜਾ ਇੱਕ ਟਾਈਮ ਤੇ ਸੁਪਰ ਪਾਵਰ ਸੀ ਉਸ ਦੇ 15 ਟੁਕੜੇ ਹੋ ਗਏ। ਜਿੱਥੇ ਇੱਕ ਸਾਈਡ ਦਿਨ ਬਾ ਦਿਨ ਤਾਲਿਬਾਨ ਸਟਰੋਂਗ ਹੁੰਦਾ ਜਾ ਰਿਹਾ ਸੀ, ਦੂਸਰੀ ਸਾਈਡ ਮੁਹੰਮਦ ਨਜ਼ੀਬੁੱਲਾ ਨੇ ਆਪਣਾ ਰਿਜ਼ਾਈਨ ਕਰਤਾ ਤੇ ਕਾਬੁਲ ਦੇ ਵਿੱਚ ਹੀ UN ਦੇ ਹੈੱਡਕੁਆਟਰ ਦੇ ਵਿੱਚ ਰਿਫਿਊਜ ਲੈ ਲਿਆ। ਬਟ ਤਾਲਿਬਾਨ ਨੂੰ ਇੰਨਾ ਵੀ ਗਵਾਰਾ ਨਹੀਂ ਸੀ, ਉਹਨਾਂ ਨੇ ਨਜ਼ੀਬੁੱਲਾ ਐਂਡ ਉਸਦੇ ਬ੍ਰਦਰ ਨੂੰ ਬਹੁਤ ਹੀ ਬੁਰੀ ਤਰ੍ਹਾਂ ਟੌਰਚਰ ਕੀਤਾ ਐਂਡ ਉਹਨਾਂ ਨੂੰ ਮਾਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਲਾਸ਼ ਸੀ ਇੱਕ ਪੋਲ ਦੇ ਉੱਤੇ ਟੰਗ ਦਿੱਤੀ ਤਾਂ ਜੋ ਲੋਕਾਂ ਦੇ ਮਨ ਦੇ ਵਿੱਚ ਇੱਕ ਖੌਫ ਪੈਦਾ ਕੀਤਾ ਜਾ ਸਕੇ ਕਿ ਜੋ ਤਾਲਿਬਾਨ ਦੇ ਖਿਲਾਫ ਆਏਗਾ ਉਸ ਦਾ ਕੀ ਹਸ਼ਰ ਹੋਏਗਾ। ਸੋ ਇਸ ਤਰ੍ਹਾਂ 1996 ਦੇ ਵਿੱਚ ਤਾਲਿਬਾਨ ਪਹਿਲੀ ਵਾਰ ਰੂਲ ਕਰਨਾ ਸਟਾਰਟ ਕਰਦਾ ਹੈ ਅਫਗਾਨਿਸਤਾਨ 'ਚ ਐਂਡ ਇਸ ਤਰ੍ਹਾਂ ਸਟਾਰਟ ਹੁੰਦੀ ਹੈ ਲੋਕਾਂ ਤੇ ਜ਼ੁਲਮਾਂ ਦੀ ਦਾਸਤਾਨ। ਤਾਲਿਬਾਨ ਪਾਵਰ 'ਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਸ਼ਰੀਆ ਲਾਅ ਇੰਪੋਜ਼ ਕਰਦਾ ਹੈ ਜਿਸ ਦੇ ਅਕੋਰਡਿੰਗ ਮਰਦਾਂ ਨੂੰ ਦਾੜੀ ਰੱਖਣਾ, ਬੀਅਰਡ ਰੱਖਣਾ ਕੰਪਲਸਰੀ ਹੋ ਗਿਆ ਸੀ
ਐਂਡ ਅਗਰ ਕੋਈ ਔਰਤ ਬਿਨਾਂ ਮਰਦ ਦੇ ਬਾਹਰ ਜਾਂਦੀ ਹੈ ਜਾਂ ਫਿਰ ਉਹ ਬੁਰਕਾ ਨਹੀਂ ਪਹਿਨਦੀ ਹੈ ਤਾਂ ਉਸ ਨੂੰ ਪੱਥਰ ਮਾਰਨ ਦੀ, ਕੋੜੇ ਮਾਰਨ ਦੀ ਤੇ ਕਈ ਕੇਸਿਸ ਦੇ ਵਿੱਚ ਜਾਨੋਂ ਮਾਰ ਦੇਣ ਦੀ ਸਜ਼ਾ ਵੀ ਦਿੱਤੀ ਜਾਂਦੀ। ਇਸ ਦੇ ਨਾਲ ਅਫਗਾਨਿਸਤਾਨ ਦੇ ਵਿੱਚ 뮤직 ਨੂੰ ਤੇ ਸਿਨੇਮਾ ਘਰਾਂ ਨੂੰ ਟੋਟਲੀ ਬੈਨ ਕਰ ਦਿੱਤਾ ਗਿਆ। ਅਗਰ ਕੋਈ ਇਨਸਾਨ 뮤직 ਸੁਣਦਾ, ਕੋਈ ਗਾਣਾ ਸੁਣਦਾ ਵੀ ਫੜਿਆ ਜਾਂਦਾ ਤਾਂ ਉਸ ਨੂੰ ਵੀ ਪੱਥਰ ਮਾਰ ਕੇ ਮਾਰਨ ਦੀ ਸਜ਼ਾ ਦਿੱਤੀ ਜਾਂਦੀ। ਇੱਥੋਂ ਹੀ ਹਿਸਾਬ ਲਗਾ ਸਕਦੇ ਆ ਕਿ ਅੱਜ ਦੇ ਟਾਈਮ ਦੇ ਵਿੱਚ ਲੋਕ ਇੰਨਾ ਡਰੇ ਹੋਏ ਕਿਉਂ ਨੇ ਤੇ ਕਿਉਂ ਉਹ ਡੈਸਪਰੇਟਲੀ ਆਪਣੀ ਕੰਟਰੀ ਨੂੰ ਛੱਡ ਕੇ ਕਿਸੇ ਵੀ ਕੰਟਰੀ ਦੂਸਰੀ ਤੇ ਜਾਣਾ ਪਸੰਦ ਕਰ ਰਹੇ ਨੇ। ਇਹ ਸਾਰੀਆਂ ਗੱਲਾਂ ਤੋਂ ਬਾਅਦ ਹੁੰਦਾ 9/11 ਅਟੈਕ ਐਂਡ ਯੂਐਸਏ ਦੁਬਾਰਾ ਇਸ ਸਟੋਰੀ ਦੇ ਵਿੱਚ ਵਾਪਸ ਆ ਜਾਂਦਾ ਹੈ। ਜਦ ਯੂਐਸ ਦੀ ਇੰਟੈਲੀਜੈਂਸ ਏਜੰਸੀਜ਼ ਨੂੰ ਇਹ ਪਤਾ ਚੱਲਦਾ ਹੈ ਕਿ 9/11 ਅਟੈਕ ਦਾ ਮਾਸਟਰਮਾਈਂਡ ਉਸਾਮਾ ਬਿਨ ਲਾਦਨ ਅਫਗਾਨਿਸਤਾਨ ਦੇ ਵਿੱਚ ਹੈ, ਤਾਂ ਪਹਿਲਾਂ ਯੂਐਸ ਦੀ ਗਵਰਨਮੈਂਟ ਨੇ ਤਾਲਿਬਾਨ ਦੀ ਗਵਰਨਮੈਂਟ ਨੂੰ ਰਿਕੁਐਸਟ ਕੀਤੀ ਕਿ ਉਹ ਉਸਾਮਾ ਬਿਨ ਲਾਦਨ ਨੂੰ ਉਹਨਾਂ ਨੂੰ ਹੈਂਡਓਵਰ ਕਰ ਦੇਣ, ਪਰ ਤਾਲਿਬਾਨ ਨੇ ਉਸਾਮਾ ਬਿਨ ਲਾਦਨ ਨੂੰ ਹੈਂਡਓਵਰ ਕਰਨ ਤੋਂ ਰਿਫਿਊਜ਼ ਕਰ ਦਿੱਤਾ। ਐਜ਼ ਅ ਰਿਜ਼ਲਟ ਯੂਐਸ ਵਿਦ ਦਾ ਹੈਲਪ ਆਫ ਨੈਟੋ ਫੋਰਸਿਸ ਅਫਗਾਨਿਸਤਾਨ ਨੂੰ ਇਨਵੇਡ ਕਰਦਾ ਹੈ ਐਂਡ ਇਸ ਨੂੰ ਨਾਮ ਦਿੰਦਾ ਹੈ ਵਾਰ ਔਨ ਟੈਰਰ। ਜਦ ਯੂਐਸਏ ਦਾ ਆਪਣਾ ਆਬਜੈਕਟਿਵ ਜੋ ਸੀ ਉਸਾਮਾ ਬਿਨ ਲਾਦਨ ਨੂੰ ਲੱਭਣਾ ਐਂਡ ਉਸ ਨੂੰ ਮਾਰਨਾ ਉਹ ਪੂਰਾ ਹੋ ਜਾਂਦਾ ਤਾਂ ਯੂਐਸ ਦੇ ਲੋਕਾਂ ਨੇ ਆਪਣੇ ਸਰਕਾਰ ਤੇ ਪ੍ਰੈਸ਼ਰ ਬਣਾਉਣਾ ਚਾਲੂ ਕੀਤਾ ਕਿ ਉਹ ਜਿਹੜੇ ਯੂਐਸ ਦੇ ਜਿਹੜੇ ਆਰਮੀ ਤੇ ਪਰਸਨਲ ਹੈਗੇ ਜੋ ਉਸ ਟਾਈਮ ਅਫਗਾਨਿਸਤਾਨ ਦੇ ਵਿੱਚ ਸਰਵ ਕਰ ਰਹੇ ਨੇ ਉਹਨਾਂ ਨੂੰ ਵਾਪਸ ਆਪਣੀ ਕੰਟਰੀ ਦੇ ਵਿੱਚ ਬੁਲਾਇਆ ਜਾ ਸਕੇ। ਐਂਡ ਇਸ ਦਾ ਰਿਜ਼ਲਟ ਅੱਜ ਅਸੀਂ ਦੇਖ ਰਹੇ ਹਾਂ ਕਿ ਅਫਗਾਨਿਸਤਾਨ ਦੇ ਵਿੱਚੋਂ ਕਿਵੇਂ ਅਮਰੀਕਾ ਨੇ ਪੁੱਲ ਆਊਟ ਕੀਤਾ। ਇੱਥੇ ਮੈਂ ਦੱਸਣਾ ਚਾਹੂੰਗਾ ਕਿ ਸਿਰਫ ਇਹੀ ਇੱਕ ਰੀਜ਼ਨ ਨਹੀਂ ਸੀ ਯੂਐਸ ਦਾ ਪੁੱਲ ਆਊਟ ਕਰਨਾ ਅਫਗਾਨਿਸਤਾਨ ਤੋਂ, ਇਹਦੇ ਵਿੱਚ ਹੋਰ ਵੀ ਕਈ ਰੀਜ਼ਨ ਸੀ, ਬਟ ਅਗਰ ਅਸੀਂ ਸਾਰੇ ਰੀਜ਼ਨਸ ਨੂੰ ਡਿਸਕਸ ਕਰਨ ਲੱਪੇ ਤਾਂ ਇਹ ਵੀਡੀਓ ਕਾਫੀ ਲੰਬੀ ਹੋ ਜਾਏਗੀ। ਯੂਐਸਏ ਨੂੰ ਹੁਣ ਜਲਦੀ ਤੋਂ ਜਲਦੀ ਅਫਗਾਨਿਸਤਾਨ ਤੋਂ ਬਾਹਰ ਨਿਕਲਣਾ ਸੀ, ਇਸ ਕਰਕੇ ਯੂਐਸਏ ਨੇ ਤਾਲਿਬਾਨ ਦੇ ਨਾਲ ਅਫਗਾਨ ਪੀਸ ਟਾਕ ਸਟਾਰਟ ਕਰ ਦਿੱਤੀਆਂ ਤੇ ਇਹ ਸਾਰੀਆਂ ਜਿਹੜੀਆਂ ਟਾਕ ਸੀ ਇਹ ਹੋਈਆਂ ਕਤਰ ਦੇ ਵਿੱਚ। ਅਫਗਾਨਿਸਤਾਨ ਦੀ ਜਿਹੜੀ ਪੀਸ ਟਾਕ ਚੱਲ ਰਹੀ ਸੀ ਕਤਰ ਦੇ ਵਿੱਚ, ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਲਿਆ ਤਾਲਿਬਾਨ ਨੇ, ਕਿਉਂਕਿ ਇਸ ਡੀਲ ਦੇ ਅਕੋਰਡਿੰਗ ਹੁਣ ਯੂਐਸਏ ਤਾਲਿਬਾਨ ਦੇ ਉੱਤੇ 에ਅਰ ਸਟ੍ਰਾਈਕ ਨਹੀਂ ਕਰ ਸਕਦਾ ਸੀ, ਜਿਸ ਕਰਕੇ ਤਾਲਿਬਾਨ ਨੂੰ ਮੌਕਾ ਮਿਲ ਗਿਆ ਦੁਬਾਰਾ ਰੀਗਰੁੱਪ ਕਰ ਸਕਣ ਐਂਡ ਕਾਊਂਟਰ ਅਟੈਕ ਕਰ ਸਕਣ। ਐਂਡ ਜਦ ਹੁਣ ਅਸੀਂ ਦੇਖ ਸਕਦੇ ਹਾਂ ਕਿ ਯੂਐਸਏ ਪੁੱਲ ਆਊਟ ਕਰ ਰਿਹਾ, ਆਪਣੀ ਫੋਰਸਿਸ ਨੂੰ ਵਾਪਸ ਲੈ ਕੇ ਜਾ ਰਿਹਾ ਤੇ ਕਿਵੇਂ ਤਾਲਿਬਾਨ ਜ਼ਿਆਦਾ ਪਾਵਰ ਦੇ ਨਾਲ ਆ ਕੇ ਇੱਕ ਤੋਂ ਬਾਅਦ ਇੱਕ ਡਿਸਟ੍ਰਿਕਟਸ ਨੂੰ ਕੈਪਚਰ ਕਰ ਰਿਹਾ ਹੈ। ਯੂਐਸਏ ਦੀ ਇੰਟੈਲੀਜੈਂਸ ਏਜੰਸੀਜ਼ ਦਾ ਮੰਨਣਾ ਸੀ ਕਿ ਤਾਲਿਬਾਨ ਨੂੰ ਅਫਗਾਨਿਸਤਾਨ ਨੂੰ ਪੂਰਾ ਕੈਪਚਰ ਕਰਨ ਲਈ ਘੱਟੋ ਘੱਟ 3 ਤੋਂ 6 ਮਹੀਨੇ ਲੱਗ ਜਾਣਗੇ, ਪਰ ਇਹ ਸਾਰੀਆਂ ਗੱਲਾਂ ਸਿਰਫ ਦਾਅਵੇ ਨਿਕਲੇ। ਆਪਾਂ ਮੈਪਸ ਤੋਂ ਦੇਖ ਸਕਦੇ ਹਾਂ ਕਿ ਕਿਵੇਂ ਤਾਲਿਬਾਨ ਨੇ ਕੁਝ ਹੀ ਦਿਨਾਂ ਦੇ ਵਿੱਚ ਪੂਰੇ ਅਫਗਾਨਿਸਤਾਨ ਨੂੰ ਆਪਣੇ ਕੰਟਰੋਲ ਅੰਡਰ ਲੈ ਲਿਆ। ਜਿਵੇਂ ਕਿ ਅਸੀਂ ਹਿਸਟੋਰੀਕਲ ਬੈਕਗ੍ਰਾਉਂਡ ਦੇ ਵਿੱਚ ਦੇਖਿਆ ਕਿ ਕਿਵੇਂ ਦੋ ਡਿਫਰੈਂਟ ਆਈਡੀਓਲੋਜੀਜ਼ ਕਰਕੇ ਇਹ ਸਾਰਾ ਫਸਾਦ ਚਾਲੂ ਹੋਇਆ। ਜਿੱਦਾਂ ਕਿ ਆਪਾਂ ਦੇਖ ਸਕਦੇ ਹਾਂ ਕਿ ਇੱਕ ਡੈਮੋਕ੍ਰੈਟਿਕ ਵਿਚਾਰਧਾਰਾ ਤੇ ਇੱਕ ਕਮਿਊਨਿਸਟ ਵਿਚਾਰਧਾਰਾ ਕਰਕੇ ਇਹ ਸਾਰਾ ਫਸਾਦ ਚਾਲੂ ਹੋਇਆ। ਬਟ ਹੁਣ ਅਗਰ ਅਸੀਂ ਪਿਛਲੇ 40 ਸਾਲ ਦਾ ਇਤਿਹਾਸ ਦੇਖੀਏ ਤੇ ਆਪਾਂ ਦੇਖ ਸਕਦੇ ਹਾਂ ਕਿ 40 ਸਾਲ ਬਾਅਦ ਅਗਰ ਇਹ ਵਾਰ ਦਾ ਪੂਰਾ ਐਨਾਲਿਸਿਸ ਕਰੀਏ ਤਾਂ ਇੱਕ ਚੀਜ਼ ਤਾਂ ਕਲੀਅਰ ਹੋ ਰਹੀ ਹੈ ਕਿ ਇੱਥੇ ਡੈਮੋਕ੍ਰੇਸੀਜ਼ ਦੀ ਹਾਰ ਹੋ ਰਹੀ ਹੈ। ਬੇਸ਼ੱਕ ਅਫਗਾਨਿਸਤਾਨ ਦੇ ਵਿੱਚ ਕਮਿਊਨਿਸਟ ਗਵਰਨਮੈਂਟ ਨਹੀਂ ਆ ਰਹੀ, ਬਟ ਕਿਤੇ ਨਾ ਕਿਤੇ ਆਪਾਂ ਨੂੰ ਦੇਖਣਾ ਪਵੇਗਾ ਕਿ ਇੱਕ ਮੋਨਾਰਕ ਤੇ ਆ ਹੀ ਰਿਹਾ ਹੈ ਤੇ ਇਹ ਜਿਹੜੀ ਮੋਨਾਰਕ ਦੀ ਆਈਡੀਓਲੋਜੀ ਹੈ ਇਹ ਟੋਟਲੀ ਡਿਫਰੈਂਟ ਹੈ ਡੈਮੋਕ੍ਰੇਸੀ ਦੀ ਆਈਡੀਓਲੋਜੀ ਤੋਂ। ਸੋ ਅਗਰ ਆਪਾਂ ਐਨਾਲਿਸਿਸ ਕਰੀਏ ਕਿ ਜੋ ਦੋ ਡਿਫਰੈਂਟ ਆਈਡੀਓਲੋਜੀਜ਼ ਦੀ ਵਾਰ ਸੀ, ਇਸ ਦੇ ਵਿੱਚ ਕਿਤੇ ਨਾ ਕਿਤੇ ਕਮਿਊਨਿਸਟ ਵਿਚਾਰਧਾਰਾ ਜਿਹੜੀ ਸੀ ਉਹਦੀ ਆਈਡੀਓਲੋਜੀ ਸੀ ਉਸ ਦੀ ਕਿਤੇ ਨਾ ਕਿਤੇ ਜਿੱਤ ਹੁੰਦੀ ਦਿਖ ਰਹੀ ਹੈ ਤੇ ਜਿਹੜੀ ਆਪਣੀ ਡੈਮੋਕ੍ਰੇਸੀ ਸੀ ਉਹਨਾਂ ਦੀ ਆਈਡੀਓਲੋਜੀ ਦੀ ਜਿਹੜੀ ਵਾਰ ਸੀ ਉਹ ਅਸੀਂ ਹਾਰਦੇ ਹੋਏ ਦਿਖ ਰਹੇ ਹਾਂ। ਐਂਡ ਇਹ ਸਾਰੀਆਂ ਚੀਜ਼ਾਂ ਡੈਮੋਕ੍ਰੇਸੀਜ਼ ਦੀ ਸੈਲਫ ਐਗਜ਼ਿਸਟੈਂਸ ਨੂੰ ਹੀ ਚੈਲੰਜ ਕਰਦੀਆਂ ਨੇ। ਅਸੀਂ ਦੇਖ ਸਕਦੇ ਹਾਂ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਵਰਲਡ ਦੀਆਂ ਬਿਗੇਸਟ ਡੈਮੋਕ੍ਰੇਸੀਜ਼ ਦੇ ਵਿੱਚ ਕਿਵੇਂ ਪ੍ਰੋਟੈਸਟ ਹੋਏ। ਇਹ ਸਾਰੇ ਪ੍ਰੋਟੈਸਟ ਵਾਇਲੈਂਟ ਹੋਏ, ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਫਰਾਂਸ ਦੇ ਵਿੱਚ ਯੈਲੋ ਵੈਸਟ ਮੂਵਮੈਂਟ ਹੋਇਆ ਜੋ ਕਿ ਕਾਫੀ ਜ਼ਿਆਦਾ ਵਾਇਲੈਂਟ ਸੀ। ਉਸ ਤੋਂ ਬਾਅਦ ਅਗਰ ਅਸੀਂ ਯੂਐਸਏ ਦੀ ਗੱਲ ਕਰੀਏ ਤਾਂ ਉੱਥੇ ਵੀ ਬਲੈਕ ਲਾਈਫ ਮੈਟਰ ਦੇ ਪ੍ਰੋਟੈਸਟ ਹੋਏ ਜੋ ਕਿ ਅਸੀਂ ਸਾਰਿਆਂ ਨੇ ਦੇਖਿਆ ਕਿ ਕਿੰਨੇ ਜ਼ਿਆਦਾ ਵਾਇਲੈਂਟ ਸੀ। ਜੇ ਅਸੀਂ ਆਪਣੀ ਕੰਟਰੀ ਦੀ ਗੱਲ ਕਰੀਏ ਤਾਂ ਸਾਡੀ ਕੰਟਰੀ ਦੇ ਵਿੱਚ ਵੀ ਸੀਏਏ ਪ੍ਰੋਟੈਸਟ ਹੋਏ ਜੋ ਕਿ ਬਾਅਦ ਵਿੱਚ ਕਾਫੀ ਜ਼ਿਆਦਾ ਵਾਇਲੈਂਟ ਹੋਏ ਤੇ ਸਾਰਿਆਂ ਨੇ ਦੇਖਿਆ ਕਿ ਕਿਵੇਂ ਦਿੱਲੀ ਦੇ ਵਿੱਚ ਰਾਈਟਸ ਹੋਏ। ਜੇਕਰ ਅਸੀਂ ਹੋਰ ਕੰਟਰੀਜ਼ ਦੀ ਗੱਲ ਕਰੀਏ ਜਿਵੇਂ ਪੇਰੂ, ਕੋਲੰਬੀਆ ਤੇ ਲੈਬਨਾਨ, ਇਹਨਾਂ ਸਾਰੀਆਂ ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ ਵੀ ਪ੍ਰੋਟੈਸਟ ਹੋਏ। ਕੁਝ ਇੰਟੈਲੀਜੈਂਸ ਦੀ ਰਿਪੋਰਟਸ ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਜਿਹੜੇ ਆਲ ਅਕ੍ਰੋਸ ਦਾ ਵਰਲਡ ਜਿਹੜੇ ਆ ਵਾਇਲੈਂਟ ਪ੍ਰੋਟੈਸਟ ਹੋਏ ਇਹਨਾਂ ਨੂੰ ਸਪੋਰਟ ਮਿਲ ਰਹੀ ਸੀ ਕਮਿਊਨਿਸਟ ਕੰਟਰੀਜ਼ ਦੀ, ਤਾਂ ਜੋ ਡੈਮੋਕ੍ਰੇਸੀਜ਼ ਦੇ ਵਿੱਚ ਰਹਿਣ ਵਾਲੇ ਲੋਕ ਖੁਦ ਹੀ ਚੈਲੰਜ ਕਰ ਸਕਣ ਆਪਣੀ ਡੈਮੋਕ੍ਰੇਸੀਜ਼ ਨੂੰ। ਐਂਡ ਇਹ ਸਾਰੀਆਂ ਗੱਲਾਂ ਸਾਡੀ ਡੈਮੋਕ੍ਰੇਸੀਜ਼ ਦੀ ਸੈਲਫ ਐਗਜ਼ਿਸਟੈਂਸ ਨੂੰ ਹੀ ਚੈਲੰਜ ਕਰਦੀਆਂ ਨੇ। ਤਾਲਿਬਾਨ ਨੇ ਆਉਂਦਿਆਂ ਹੀ ਇੱਕ ਗੱਲ ਤੇ ਕਲੀਅਰ ਕਰ ਦਿੱਤੀ ਕਿ ਉਹ ਇੱਕ ਇਸਲਾਮਿਕ ਐਮੀਰੇਟ ਬਣੇਗਾ, ਮਤਲਬ नो इलेक्शंस। बट अगर तालिबान सोचता है कि वो एक इस्लामिक रिपब्लिक बनेगा तो उसको ईरानियन टाइप ऑफ गवर्नमेंट का मॉडल भी अवेलेबल है जिस दे विच देश दे विच एक स्पिरिचुअल लीडर होएगा जिसको ऑलमोस्ट सारियां ही पावर्स होंदियां ने ते दूसरा होएगा पॉलिटिकल लीडर। अगर तालिबान ये वाला मॉडल अपनाता है तो काफी हाई चांसेस ने कि हबीबुल्ला अखुंज़ादा देश का स्पिरिचुअल लीडर बने एंड मुल्ला अब्दुल गनी बरादर देश का पॉलिटिकल लीडर बने। बाकी आपां नूं फ्यूचर दे विच देखना पवेगा कि की हुंदा है। एक साइड तालिबान कहता है कि वो इस बार देश दे विच रीफॉर्म करना चाहते हैं
ਜਿਸ ਦੇ ਵਿੱਚ ਔਰਤਾਂ ਨੂੰ ਜ਼ਿਆਦਾ ਹੱਕ ਮਿਲਣਗੇ, ਔਰਤਾਂ ਬਾਹਰ ਜਾ ਕੇ ਪੜ੍ਹ ਸਕਣਗੀਆਂ, ਆਪਣੇ ਕੰਮ ਵੀ ਕਰ ਸਕਣਗੀਆਂ। ਪਰ ਦੂਸਰੀ ਸਾਈਡ ਤਾਲਿਬਾਨ ਇਹੀ ਕੁੜੀਆਂ ਦੇ ਸਕੂਲਾਂ ਨੂੰ ਬੰਬ ਵੀ ਕਰਦਾ ਹੈ, ਜਿਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ 82 ਬੱਚੀਆਂ ਦੀ ਐਂਡ ਸਕੂਲ ਦੇ ਸਟਾਫ ਮੈਂਬਰ ਦੀ ਡੈਥ ਹੋ ਜਾਂਦੀ ਹੈ। ਇੱਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਤਾਲਿਬਾਨ ਦੀ ਸੋਚ ਕੀ ਹੈ ਔਰਤਾਂ ਦੇ ਪ੍ਰਤੀ। ਇਸ ਦਾ ਪਹਿਲਾ ਇੰਪੈਕਟ ਤਾਂ ਸਾਨੂੰ ਆਲਰੇਡੀ ਦੇਖ ਹੀ ਰਿਹਾ ਹੈ। ਤਾਲਿਬਾਨ ਨੇ ਪਾਵਰ 'ਚ ਆਂਦਿਆਂ ਹੀ ਇੰਡੀਆ ਦੇ ਨਾਲ ਸਾਰੀਆਂ ਟ੍ਰੇਡ ਰਿਲੇਸ਼ਨਸ ਖਤਮ ਕਰ ਦੇਣੇ ਤੇ ਪੂਰੀ ਟ੍ਰੇਡ ਬੰਦ ਕਰ ਦਿੱਤੀ ਹੈ। ਇਸ ਟਾਈਮ ਇੰਡੀਆ ਨੇ ਅਫਗਾਨਿਸਤਾਨ ਦੇ ਵਿੱਚ ਕਾਫੀ ਜ਼ਿਆਦਾ ਹੈਵੀ ਇਨਵੈਸਟਮੈਂਟਸ ਕੀਤੀਆਂ ਸੀ, ਜਿਸ ਦੇ ਵਿੱਚ ਸਲਮਾ ਡੈਮ ਹੋ ਜਾਏ, ਚਾਹੇ ਸਕੂਲ ਹੋਣ, ਕਾਲਜਿਸ ਹੋਣ, ਪਾਰਲੀਮੈਂਟ ਦੀ ਬਿਲਡਿੰਗ ਹੋਣ, ਹਸਪੀਟਲਸ ਹੋਣ, ਇਹ ਸਾਰੀਆਂ ਚੀਜ਼ਾਂ ਇੰਡੀਆ ਨੇ ਬਣਾਈਆਂ ਸੀ ਤਾਂ ਜੋ ਇੰਡੀਆ ਦਾ ਇੱਕ ਸਾਊਥ ਸਾਈਡ ਹੈ ਉਹ ਤਾਲਿਬਾਨ ਦੇ ਲੋਕਾਂ ਦੇ ਨਾਲ ਜੁੜਿਆ ਰਹਿ ਸਕੇ। ਬਟ ਕਿਤੇ ਨਾ ਕਿਤੇ ਇਹ ਸਾਰੇ ਪ੍ਰੋਜੈਕਟਸ 'ਤੇ ਹੁਣ ਪਾਣੀ ਪੈ ਗਿਆ ਹੈ। ਇੰਡੀਆ ਦਾ ਇੱਕ ਬੜਾ ਹੀ ਐਂਬੀਸ਼ੀਅਸ ਪ੍ਰੋਜੈਕਟ ਸੀ, ਜਿਸ ਦੇ ਵਿੱਚ ਇੰਡੀਆ ਸੈਂਟਰਲ ਏਸ਼ੀਅਨ ਕੰਟਰੀਜ਼ ਦੇ ਨਾਲ ਜੁੜਨਾ ਚਾਹੁੰਦਾ ਸੀ। ਇਸ ਦੇ ਲਈ ਇੰਡੀਆ ਨੇ ਈਰਾਨ ਦੇ ਵਿੱਚ ਚਾਹਬਾਰ ਪੋਰਟ ਤੇ ਕਾਫੀ ਜ਼ਿਆਦਾ ਇਨਵੈਸਟਮੈਂਟ ਕੀਤੀ ਸੀ ਐਂਡ ਇਹ ਪੋਰਟ ਨੂੰ ਅਫਗਾਨਿਸਤਾਨ ਦੇ ਨਾਲ ਕਨੈਕਟ ਕਰਨ ਲਈ ਇੱਕ ਰੋਡ ਦਾ ਨੈਟਵਰਕ ਵੀ ਬਣਾਇਆ ਸੀ ਤਾਂ ਜੋ ਅਸੀਂ ਸੈਂਟਰਲ ਏਸ਼ੀਅਨ ਦੇ ਜਿਹੜੇ ਮਿਨਰਲਸ ਨੇ, ਰਿਸੋਰਸਿਸ ਨੇ, ਨੈਚੁਰਲ ਗੈਸ ਨੇ ਜਾਂ ਰੇਅਰ ਅਰਥ ਮੈਟਲ ਨੇ, ਉਹਨਾਂ ਨੂੰ ਐਕਸਟ੍ਰੈਕਟ ਕਰ ਸਕੀਏ ਤੇ ਆਪਣੀ ਲੋੜਾਂ ਨੂੰ ਪੂਰਾ ਕਰ ਸਕੀਏ। ਬਟ ਤਾਲਿਬਾਨ ਦੇ ਕੰਟਰੋਲ ਤੋਂ ਬਾਅਦ ਹੁਣ ਇਹ ਸਾਰੀਆਂ ਚੀਜ਼ਾਂ ਤੇ ਵੀ ਪਾਣੀ ਪੈ ਗਿਆ ਹੈ। ਇੰਡੀਆ ਦੀ ਗਵਰਨਮੈਂਟ ਲਈ ਸਭ ਤੋਂ ਵੱਡਾ ਚੈਲੰਜ ਰਹੇਗਾ ਕਿ ਤਾਲਿਬਾਨ ਦੀ ਗਵਰਨਮੈਂਟ ਨੂੰ ਰਿਕਗਨਾਈਜ਼ ਕਰਨਾ, ਕਿਉਂਕਿ ਜਦ 1996 ਦੇ ਵਿੱਚ ਤਾਲਿਬਾਨ ਆਪਣੀ ਪਹਿਲੀ ਵਾਰ ਗਵਰਨਮੈਂਟ ਬਣਾਉਂਦਾ ਅਫਗਾਨਿਸਤਾਨ 'ਚ ਤਾਂ ਉਦੋਂ ਵੀ ਅਸੀਂ ਤਾਲਿਬਾਨ ਨੂੰ ਰਿਕਗਨਾਈਜ਼ ਨਹੀਂ ਕੀਤਾ ਸੀ ਐਜ਼ ਅ ਗਵਰਨਮੈਂਟ ਤੇ ਸਾਡੇ ਕੋਈ ਵੀ ਡਿਪਲੋਮੈਟਿਕ ਰਿਲੇਸ਼ਨ ਨਹੀਂ ਹੁੰਦੇ ਸੀ ਅਫਗਾਨਿਸਤਾਨ ਦੇ ਨਾਲ। ਐਜ਼ ਅ ਰਿਜ਼ਲਟ ਜਦ 에ਅਰ ਇੰਡੀਆ ਦਾ ਇੱਕ 에ਅਰਕ੍ਰਾਫਟ IC-814 ਹਾਈਜੈਕ ਹੋ ਗਿਆ ਐਂਡ ਉਸ ਨੂੰ ਕੰਧਾਰ ਲੈ ਜਾਇਆ ਗਿਆ ਤਾਂ ਇੰਡੀਆ ਨੂੰ ਪਤਾ ਹੀ ਨਹੀਂ ਸੀ, ਇੰਡੀਅਨ ਗਵਰਨਮੈਂਟ ਨੂੰ ਪਤਾ ਹੀ ਨਹੀਂ ਸੀ ਕਿ ਕਿਹਦੇ ਨਾਲ ਗੱਲ ਕੀਤੀ ਜਾਵੇ। ਐਜ਼ ਅ ਰਿਜ਼ਲਟ ਇਹਨਾਂ ਸਾਰੇ ਪੈਸੇਂਜਰਸ ਨੂੰ ਛਡਾਉਣ ਦੇ ਲਈ ਸਾਨੂੰ 3 ਟੈਰਰਿਸਟ ਨੂੰ ਛੱਡਣਾ ਪਿਆ ਤੇ ਇਹ ਜਿਹੜੇ ਟੈਰਰਿਸਟ ਸੀ ਇਹਨਾਂ ਨੇ ਬਾਅਦ ਵਿੱਚ 26/11 ਮੁੰਬਈ ਅਟੈਕ ਕਰਾਏ, ਪਾਰਲੀਮੈਂਟ ਅਟੈਕ ਕਰਾਏ ਤੇ ਹੋਰ ਵੀ ਕਈ ਬਲਾਸਟ ਕਰਾਏ ਆਲ ਅਕ੍ਰੋਸ ਦਾ ਕੰਟਰੀ। ਅਫਗਾਨਿਸਤਾਨ ਦੇ ਵਿੱਚ ਬਦਲਦੇ ਹਾਲਾਤ ਨੂੰ ਦੇਖ ਕੇ ਇੰਡੀਆ ਨੇ ਐਮਰਜੈਂਸੀ ਵੀਜ਼ਾ ਦੀ ਫੈਸਿਲਿਟੀ ਵੀ ਸਟਾਰਟ ਕੀਤੀ ਹੈ। ਇਸ ਦੇ ਅਕੋਰਡਿੰਗ ਕੋਈ ਵੀ ਮੁਸਲਿਮ ਹੈ, ਚਾਹੇ ਸਿੱਖ ਹੈ ਜਾਂ ਕੋਈ ਹਿੰਦੂ ਹੈ, ਉਹ ਅਫਗਾਨਿਸਤਾਨ ਤੋਂ ਇੰਡੀਆ ਦੇ ਵਿੱਚ ਆ ਸਕਦਾ ਹੈ ਤੇ ਰਿਫਿਊਜ ਲੈ ਸਕਦਾ ਹੈ ਤੇ ਇੰਡੀਆ ਦੇ ਵਿੱਚ 6 ਮਹੀਨੇ ਤੱਕ ਰਹਿ ਸਕਦਾ ਹੈ। ਬਟ ਪ੍ਰੋਬਲਮ ਇੱਥੇ ਹੀ ਆਉਂਦੀ ਹੈ, ਅਗਰ ਮੰਨ ਲਓ ਕਿ 6 ਮਹੀਨੇ ਬਾਅਦ ਅਫਗਾਨਿਸਤਾਨ ਦੇ ਵਿੱਚ ਸਿਚੁਏਸ਼ਨ ਨਾਰਮਲ ਨਹੀਂ ਹੁੰਦੀਆਂ ਤਾਂ ਉਹਨਾਂ ਲੋਕਾਂ ਦਾ ਕੀ ਹੋਏਗਾ? ਕੀ ਉਹ ਲੋਕ ਇੱਥੇ ਹੀ ਰਹਿਣਾ ਕੰਟੀਨਿਊ ਕਰਨਗੇ? ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਸਾਡੀ ਕੰਟਰੀ ਦੇ ਵਿੱਚ ਆਲਰੇਡੀ ਬਹੁਤ ਸਾਰੇ ਰਿਫਿਊਜੀ ਰਹਿੰਦੇ ਨੇ, ਜਿਵੇਂ ਕਿ ਤਿਬੇਤੀਅਨ ਰਿਫਿਊਜੀਜ਼ ਨੇ, ਰੋਹਿੰਗਿਆਜ਼ ਨੇ, ਬੰਗਲਾਦੇਸ਼ੀਜ਼ ਨੇ। ਅਗਰ ਹੁਣ ਅਫਗਾਨਿਸਤਾਨ ਦੇ ਵੀ ਰਿਫਿਊਜੀ ਸਾਡੀ ਕੰਟਰੀਜ਼ ਦੇ ਵਿੱਚ ਰਹਿਣਾ ਸਟਾਰਟ ਕਰ ਦੇਣਗੇ ਤੇ ਸਾਡੇ ਕੋਲ ਆਲਰੇਡੀ ਬਹੁਤ ਲਿਮਿਟਡ ਰਿਸੋਰਸਿਸ ਨੇ, ਜਿਸ ਦੇ ਕਰਕੇ ਫਿਊਚਰ ਦੇ ਵਿੱਚ ਇਹ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈ ਸਾਡੀ ਕੰਟਰੀ ਦੇ ਵਿੱਚ। ਸੋ ਹੁਣ ਤੱਕ ਅਸੀਂ ਇਸ ਵੀਡੀਓ ਦੇ ਵਿੱਚ ਵੇਖਿਆ ਕਿ ਤਾਲਿਬਾਨ ਦੇ ਰੂਲ ਕਰਨ ਤੋਂ ਬਾਅਦ ਡੈਮੋਕ੍ਰੇਸੀਜ਼ ਤੇ ਕੀ ਇੰਪੈਕਟ ਹੋ ਰਿਹਾ ਹੈ, ਇੰਡੀਆ ਤੇ ਕੀ ਇੰਪੈਕਟ ਹੋ ਰਿਹਾ ਹੈ ਤੇ ਹੁਣ ਅਸੀਂ ਫਾਈਨਲ 'ਚ ਦੇਖਦੇ ਹਾਂ ਕਿ ਪੰਜਾਬ ਦੇ ਯੂਥ ਤੇ ਤਾਲਿਬਾਨ ਦੀ ਵਿਕਟਰੀ ਦਾ ਕੀ ਅਸਰ ਹੋਇਆ ਹੈ। ਜਿੱਥੇ ਇੱਕ ਸਾਈਡ ਅਫਗਾਨ ਦੇ ਲੋਕ ਤਾਲਿਬਾਨ ਦੇ ਆਉਣ ਤੋਂ ਬਾਅਦ ਡਰੇ ਹੋਏ ਨੇ, ਉਹਨਾਂ ਨੂੰ ਆਪਣਾ ਫਿਊਚਰ ਦਾ ਨਹੀਂ ਪਤਾ, ਉੱਥੇ ਸਾਡਾ ਯੂਥ, ਪੰਜਾਬ ਦਾ ਜਿਹੜਾ ਯੂਥ ਆ ਉਹ ਤਾਲਿਬਾਨ ਦੀ ਵਿਕਟਰੀ ਨੂੰ ਸੈਲੀਬ੍ਰੇਟ ਕਰ ਰਿਹਾ ਹੈ ਤੇ ਇੱਕ ਪੋਸਟ ਬਹੁਤ ਹੀ ਜ਼ਿਆਦਾ ਸ਼ੇਅਰ ਕਰ ਰਿਹਾ ਹੈ ਜਿਸ ਦੇ ਵਿੱਚ ਇੱਕ ਆਦਮੀ ਸਾਈਕਲ ਚਲਾ ਰਿਹਾ ਹੈ ਤੇ ਉਸਦੇ ਮੋਢੇ ਉੱਤੇ ਅਸੌਲਟ ਰਾਈਫਲ ਹੈ ਤੇ ਸਾਡੇ ਪੰਜਾਬ ਦੇ ਜਿਹੜੇ ਸ਼ੇਰ ਹੈਗੇ ਨੇ, ਜਿਹੜੇ ਸੋ ਕਾਲਡ ਸ਼ੇਰ ਨੇ, ਉਹ ਇਹ ਗੱਲਾਂ ਕਹਿ ਰਹੇ ਨੇ ਕਿ ਆਜ਼ਾਦੀ ਇਸ ਨੂੰ ਕਹਿੰਦੇ ਆ ਤੇ ਆਜ਼ਾਦੀ ਇੱਦਾਂ ਲਿੱਤੀ ਜਾਂਦੀ ਆ। ਮੇਰਾ ਸਿਰਫ ਉਹਨਾਂ ਨੂੰ ਇੱਕ ਕੁਐਸਚਨ ਹੈ ਕਿ ਸੱਚੀ ਤੁਸੀਂ ਇਸ ਨੂੰ ਆਜ਼ਾਦੀ ਕਹਿੰਦੇ ਹੋ? ਆਜ਼ਾਦੀ ਇੱਦਾਂ ਲਿੱਤੀ ਜਾਂਦੀ ਹੈ? ਅਗਰ ਇਸ ਸੋਚ ਦਾ ਕੋਈ ਜ਼ਿੰਮੇਦਾਰ ਹੈ ਤਾਂ ਉਹ ਹੈ ਸਾਡੀ ਪੰਜਾਬ ਦੀ 뮤직 ਇੰਡਸਟਰੀ, ਜਿਨ੍ਹਾਂ ਨੇ ਗਨ ਕਲਚਰ, ਗੈਂਗ ਕਲਚਰ, ਡਰੰਕ ਕਲਚਰ ਨੂੰ ਆਪਣੇ ਗਾਣਿਆਂ ਦੇ ਵਿੱਚ ਇੰਨਾ ਜ਼ਿਆਦਾ ਪ੍ਰਮੋਟ ਕੀਤਾ ਹੈ ਕਿ ਸਾਡੇ ਪੰਜਾਬ ਦਾ ਯੂਥ ਅੱਜ ਇਹ ਨਹੀਂ ਕਹਿੰਦਾ ਕਿ ਉਹ ਇੱਕ ਇੰਜੀਨੀਅਰ ਬਣੇਗਾ, ਡਾਕਟਰ ਬਣੇਗਾ, ਟੀਚਰ ਬਣੇਗਾ, ਇੱਕ IAS ਆਫੀਸਰ ਬਣੇਗਾ, ਇੱਕ IPS ਆਫੀਸਰ ਬਣੇਗਾ। ਨਹੀਂ, ਉਹ ਇਹ ਸਭ ਨਹੀਂ ਕਹਿੰਦਾ। ਉਹ ਸਿਰਫ ਕਹਿੰਦਾ ਕਿ ਕੋਈ ਬੰਦਾ ਬੁੰਦਾ ਮਾਰਨਾ ਤਾਂ 10 ਮਿੱਤਰਾਂ ਦੀ ਅੱਖਾਂ ਜਲਾ ਲਾ, ਜਾਂ ਕਹਿੰਦਾ ਕਿ ਵੀਕਐਂਡ ਉੱਤੇ ਬੰਦਾ ਮਾਰੋ ਗਿਆ। ਸੀਰੀਅਸਲੀ ਬੰਦਾ ਮਾਰਨਾ ਇੰਨਾ ਆਸਾਨ ਹੋ ਗਿਆ ਹੈ? ਇਹਨਾਂ ਗੱਲਾਂ ਕਰਕੇ ਹੀ ਅੱਜ ਆਏ ਦਿਨ ਅਸੀਂ ਦੇਖਦੇ ਹਾਂ ਕਿ ਕੋਈ ਨਿੱਕੀ ਜੀ ਗੱਲ ਕਰਕੇ ਵੀ ਕਿਸੇ ਨੂੰ ਗੋਲੀ ਮਾਰ ਦਿੰਦਾ ਹੈ ਤੇ ਪੰਜਾਬ ਦੇ ਵਿੱਚ ਗੈਂਗ ਜਿਹੜਾ ਕਲਚਰ ਹੈ ਕਿੰਨਾ ਜ਼ਿਆਦਾ ਨੁਕਸਾਨ ਦੇ ਰਿਹਾ ਸਾਡੇ ਪੰਜਾਬ ਦੇ ਯੂਥ ਨੂੰ ਤੇ ਸਾਡੀ ਪੰਜਾਬ ਦੀ ਸੋਸਾਇਟੀ ਨੂੰ। ਅੱਜ ਕੱਲ੍ਹ ਪੰਜਾਬ ਵਿੱਚ ਕਿਸੇ ਨੂੰ ਵੀ ਗੋਲੀ ਮਾਰ ਕੇ ਮਾਰ ਦੇਣਾ ਇੱਕ ਬਹੁਤ ਹੀ ਨੋਰਮਲ ਗੱਲ ਹੈ। ਅੱਜ ਤੁਸੀਂ ਕੋਈ ਵੀ ਅਖਬਾਰ ਦੇਖੋ, ਕੋਈ ਵੀ ਨਿਊਜ਼ ਚੈਨਲ ਦੇਖ ਲਓ ਜਾਂ ਕੋਈ ਫੇਸਬੁੱਕ ਦਾ ਹੀ ਪੇਜ ਦੇਖ ਲਓ, ਤੁਹਾਨੂੰ ਨਾਰਮਲ ਹੀ ਦਿਖੀ ਜਾਊਗਾ ਕਿ ਕਿਸ ਨੇ ਅੱਜ ਕਿਸੇ ਨੂੰ ਗੋਲੀ ਮਾਰ ਦਿੱਤੀ। ਇਹ ਇੰਨਾ ਕਾਮਨ ਹੋ ਗਿਆ ਹੈ ਤੇ ਇਹ ਸਾਰੀਆਂ ਚੀਜ਼ਾਂ ਦਾ ਜ਼ਿੰਮੇਦਾਰ ਸਾਡੀ ਪੰਜਾਬ ਦੀ 뮤직 ਇੰਡਸਟਰੀ ਹੈ। ਇੱਥੇ ਮੈਂ ਸਿਰਫ ਆਪਣੀ ਪੰਜਾਬ ਦੀ 뮤직 ਇੰਡਸਟਰੀ ਨੂੰ ਇੱਕ ਗੱਲ ਕਰਨਾ ਚਾਹੂੰਗਾ ਕਿ ਇਤਿਹਾਸ ਤੁਹਾਨੂੰ ਕਦੇ ਵੀ ਮਾਫ ਨਹੀਂ ਕਰੇਗਾ। ਉਮੀਦ ਹੈ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਹੋਵੇਗੀ। ਅਗਰ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗਦੀ ਹੈ ਤਾਂ ਤੁਸੀਂ ਇਸਨੂੰ ਲਾਈਕ ਕਰ ਸਕਦੇ ਹੋ, ਕਮੈਂਟ ਕਰਕੇ ਆਪਣੇ ਵਿਚਾਰ ਦੱਸ ਸਕਦੇ ਹੋ ਤੇ ਦੂਸਰਿਆਂ ਨੂੰ ਸ਼ੇਅਰ ਵੀ ਕਰ ਸਕਦੇ ਹੋ। ਐਂਡ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੈ ਚੈਨਲ ਨੂੰ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਰਹੇ ਕਿ ਇਦਾਂ ਦੀਆਂ ਵੀਡੀਓ ਹੋਰ ਬਣਾਉਣ ਦੀ। ਸੋ ਆਪਾਂ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।